ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ। ਸ਼੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ, ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸ਼ੀਸ਼ਾ, ਵਾਹਿਗੁਰੂ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸ ਬਿਦ ਸੁਨੇ ਬੈਦ ਬਚ ਜਬ ਹੀ, ਬਿਸਮੈ ਹੋਏ ਵਿਚਾਰਤ ਤਬ ਹੀ। ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਬਰਕਤਮਈ ਪਾਵਨ ਹਜ਼ੂਰੀ ਅੰਦਰ ਸੰਧਿਆ ਵਕਤ ਤੋਂ ਸਜੇ ਮੁਬਾਰਕ ਦੀਵਾਨ ਤਿਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋਂ ਵਡਭਾਗੇ ਹੋ। ਸਤਿਗੁਰਾਂ ਦੀ ਮੁਬਾਰਕ ਹਜ਼ੂਰੀ ਅੰਦਰ ਬੈਠ ਕੇ ਸ਼ੁਭ ਗੁਣਾਂ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਨਾਂ ਦੇ ਬਾਲ ਜੀਵਨ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ। ਪਿਛਲੇ ਦੀਵਾਨਾਂ ਦੇ ਵਿੱਚ ਜਿਵੇਂ ਆਪ ਜੀ ਨੇ ਸਰਵਣ ਕੀਤਾ, ਬਾਬਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਅਤੇ ਸਾਕ ਸੰਬੰਧੀਆਂ ਦੇ ਵੱਲੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜੋ ਕਿ ਇਕਾਂਤ ਅਵਸਥਾ ਦੇ ਵਿੱਚ ਰਹਿਣ ਲੱਗ ਪਏ ਸਨ,
ਕਿਸੇ ਨਾਲ ਜ਼ਿਆਦਾ ਬੋਲਣਾ ਨਹੀਂ, ਬਸ ਆਪਣਾ ਜਿਹੜਾ ਹੈ ਇਕੱਲੇ ਰਹਿਣਾ, ਚੁੱਪ ਚੁੱਪ ਰਹਿਣਾ। ਮਾਤਾ ਪਿਤਾ ਨੂੰ ਥੋੜ੍ਹੀ ਚਿੰਤਾ ਹੋਈ ਹੈ ਕਿ ਸਾਡੇ ਬੱਚੇ ਨੂੰ ਹੋਇਆ ਕੀ ਹੈ, ਅਤੇ ਇਸ ਲਈ ਉੱਥੋਂ ਦੇ ਹਰਦਾਸ ਨਾਮ ਦੇ ਇੱਕ ਵੈਦ ਨੂੰ ਬੁਲਾਇਆ ਗਿਆ ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਿਹੜਾ ਰੋਗ ਲੱਗਾ ਹੈ, ਕੀ ਗੱਲ ਹੋਈ ਹੈ, ਉਹ ਵੈਦ ਦੇ ਰਾਹੀਂ ਜਾਣਨਾ ਚਾਹੁੰਦੇ ਨੇ। ਅਤੇ ਆ ਕੇ ਵੈਦ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਲਾਈ ਪਕੜੀ ਹੈ, ਬਾਂਹ ਪਕੜ ਕੇ ਨਬਜ਼ ਨੂੰ ਟਟੋਲਣ ਲੱਗੇ ਨੇ, ਅਤੇ ਇੱਕਦਮ ਗੁਰੂ ਸਾਹਿਬ ਜੀ ਨੇ ਆਪਣਾ ਹੱਥ ਜਿਹੜਾ ਪਿਛਾਂਹ ਖਿੱਚ ਕੇ ਫਿਰ ਵੈਦ ਜੀ ਨੂੰ ਕੁਝ ਸਵਾਲ ਕੀਤੇ ਨੇ ਕਿ ਵੈਦ ਜੀ, ਅਸਲ ਦੇ ਵਿੱਚ ਤੁਸੀਂ ਕੀ ਲੱਭ ਰਹੇ ਹੋ? ਅਤੇ ਵੈਦ ਵੱਲੋਂ ਜਿਹੜਾ ਹੈ ਇਹ ਉੱਤਰ ਦਿੱਤਾ ਗਿਆ ਕਿ ਤੁਹਾਡੇ ਮਾਤਾ ਪਿਤਾ ਜੀ ਕਹਿੰਦੇ ਨੇ ਕਿ ਸਾਡੇ ਪੁੱਤਰ ਨੂੰ ਕੁਝ ਜਿਹੜਾ ਹੈ ਬਿਮਾਰੀ ਲੱਗ ਗਈ ਹੈ, ਜਾਂ ਕਿਸੇ ਰੋਗ ਨੇ ਘੇਰ ਲਿਆ ਹੈ, ਜਾਂ ਕੀ ਕਾਰਨ ਹੈ, ਜਿਸ ਲਈ ਮੈਂ ਇੱਥੇ ਤੁਹਾਨੂੰ ਵੇਖਣ ਆਇਆ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਫਿਰ ਸ਼ਬਦ ਉਚਾਰਨ ਕੀਤਾ ਸੀ, ਵੈਦ ਹਰਦਾਸ ਜੀ ਪ੍ਰਥਾਏ, ਅਤੇ ਆਪਾਂ ਸਰਵਣ ਕੀਤਾ ਸੀ ਪਿਛਲੇ ਦੀਵਾਨਾਂ ਦੇ ਵਿੱਚ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਂ। ਅਤੇ ਗੁਰੂ ਸਾਹਿਬ ਜੀ ਨੇ ਉਪਦੇਸ਼ ਉੱਥੇ ਫਿਰ ਸ਼ਬਦ ਦੇ ਰਾਹੀਂ ਵੈਦ ਜੀ ਨੂੰ ਦਿੱਤਾ, ਵੈਦ ਜੀ, ਰੋਗ ਬਾਹਰ ਮੁਖੀ ਨਹੀਂ, ਰੋਗ ਅੰਦਰ ਲੱਗਾ ਹੋਇਆ ਹੈ, ਅਤੇ ਜੇ ਅੰਦਰਲੇ ਰੋਗਾਂ ਦੀ ਦਵਾਈ ਤੁਹਾਡੇ ਕੋਲ ਹੈ ਅਤੇ ਤੁਸੀਂ ਜਿਹੜਾ ਹੈ ਜ਼ਰੂਰ ਮੈਨੂੰ ਦਿਓ, ਅਤੇ ਜੇ ਨਹੀਂ ਹੈ ਅਤੇ ਅਸਲ ਦੇ ਵਿੱਚ ਤੁਸੀਂ ਆਪਣਾ ਸਮਾਂ ਬਰਬਾਦ ਨਾ ਕਰੋ। ਆਓ ਵੈਦ ਹਰਦਾਸ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਿਵੇਂ ਹੁਣ ਸਮਝਾਉਂਦੇ ਨੇ ਕਿ ਅੰਦਰੂਨੀ ਬਿਮਾਰੀ, ਅੰਦਰੂਨੀ ਰੋਗ ਜਿਹੜੇ ਨੇ ਉਹ ਕਿਵੇਂ ਮਨੁੱਖ ਨੂੰ ਲੱਗਦੇ ਨੇ, ਅਤੇ ਕਿਵੇਂ ਜਿਹੜਾ ਹੈ ਇਹਨਾਂ ਤੋਂ ਬਚਿਆ ਜਾ ਸਕਦਾ ਹੈ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸ ਬਿਦ ਸੁਨੇ ਬੈਦ ਬਚ ਜਬ ਹੀ, ਬਿਸਮੈ ਹੋਏ ਵਿਚਾਰਤ ਤਬ ਹੀ। ਵੈਦ ਨੇ ਜਦੋਂ ਇਹ ਬਚਨ ਸੁਣੇ ਨੇ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ, ਤੇ ਬੜਾ ਹੈਰਾਨ ਹੋਇਆ ਹੈ ਤੇ ਵਿਚਾਰਨ ਲੱਗਾ ਹੈ ਕਿ ਅਜਿਹੇ ਗੁਣ ਤਾਂ ਕਿਸੇ ਵਿਰਲੇ ਮਨੁੱਖ ਵਿੱਚ ਹੀ ਹੋ ਸਕਦੇ ਨੇ। ਇਸ ਲਈ ਜਿਹੜਾ ਹੈ ਇਹਨਾਂ ਨੂੰ ਆਪਾਂ ਆਮ ਨਾ ਸਮਝੀਏ। ਇਹ ਤੇ ਕੋਈ ਜਿਹੜਾ ਮਹਾਂਪੁਰਖ ਨੇ, ਗੁਣੀ ਗਿਆਨੀ ਨੇ, ਜੋ ਕਿ ਇਹੋ ਜਿਹੇ ਉਪਦੇਸ਼ ਦੇ ਰਹੇ ਹਨ। ਕੋ ਨਾਰੇ ਨੂੰ ਤੈ ਉਚਾਰੀ, ਸੁਨਤ ਹੋ ਤੋ ਅਬ ਨੈਣ ਨਿਹਾਰੀ। ਅਸਲ ਦੇ ਵਿੱਚ ਹੁਣ ਤੱਕ ਅਜਿਹੇ ਗੁਣਾਂ ਵਾਲੇ ਮਨੁੱਖ ਬਾਰੇ ਸੁਣਦੇ ਰਹੇ ਹਾਂ ਅਸੀਂ, ਪਰ ਹੁਣ ਤੇ ਮੈਂ ਅੱਖੀਂ ਵੇਖ ਲਿਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਅੱਖੀਂ ਵੇਖਿਆ ਹੈ। ਕਲਵਾਨੇ ਸਤ ਅਵਤਾਰਾ, ਬੂਝ ਲਿਓ ਮੈਂ ਹੋਏ ਨਿਸਤਾਰਾ। ਇਸ ਜਿਹੜਾ ਹੈ ਬਾਲਕ ਤੋਂ, ਕਿਉਂਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੇਵਲ ਬਾਲਕ ਹੈ, ਤੇ ਹੁਣ ਮਨ ਦੇ ਵਿੱਚ ਇਹ ਜ਼ਰੂਰ ਆਇਆ ਜਦੋਂ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਦੇ ਰਾਹੀਂ ਸਮਝਾਉਣਾ ਕੀਤਾ ਹੈ। ਹੁਣ ਵੈਦ ਜੀ ਕਹਿੰਦੇ ਨੇ ਇਹ ਕਲਾਵਾਨ ਜਿਹੜਾ ਹੈ ਇਹ ਕੋਈ ਸਰਵ ਸ਼ਕਤੀਮਾਨ ਹੈ, ਸੱਚ ਦਾ ਅਵਤਾਰ ਹੈ, ਤੇ ਮੈਂ ਤਾਂ ਜਿਹੜਾ ਹੈ ਅਸਲ ਦੇ ਵਿੱਚ ਇਹਨਾਂ ਨੂੰ ਬੁੱਝ ਲਿਆ ਹੈ ਕੁਝ ਵੀ ਪਲਾਂ ਵਿੱਚ। ਅਸ ਵਿਚਾਰ ਕਰ ਵੈਦ ਸਿਆਣਾ, ਬੰਦ ਹਾਥ ਤੋਂ ਬਚਨ ਬਖਾਨਾ। ਇਸ ਤਰ੍ਹਾਂ ਵਿਚਾਰ ਕੇ ਸਿਆਣੇ ਵੈਦ ਨੇ ਜਿਹੜਾ ਹੈ ਦੋਨਾਂ ਹੱਥ ਜੋੜ ਕੇ ਜਿਹੜਾ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕੁਝ ਬਚਨ ਕਹੇ ਹਨ। ਤੁਮਰੇ ਬਚਨ ਸੁਨਨ ਅਬਿਲਾਖਾ,
ਵਧੀ ਮੋਹ ਮਨ ਜਿਉ ਤਰ ਸ਼ਾਖਾ। ਤੁਹਾਡੇ ਬਚਨ ਸੁਣਨ ਦੇ ਲਈ ਜਿਹੜਾ ਮੇਰੇ ਅੰਦਰ ਇੱਕ ਪ੍ਰਬਲ ਇੱਛਾ ਜਾਗਰਤ ਹੋਈ ਹੈ, ਪੈਦਾ ਹੋਈ ਹੈ। ਮਨ ਦੇ ਵਿੱਚ ਇੱਕ ਜਿਹੜਾ ਤਾਂਘ ਹੈ ਕਿ ਤੁਸੀਂ ਕੁਝ ਬਚਨ ਕਹੋ ਤੇ ਅਸੀਂ ਜਿਹੜਾ ਸੁਣੀਏ। ਵਧੀ ਮੋਹ ਮਨ ਸਿਉ ਤਰ ਸ਼ਾਖਾ। ਇਹ ਤੇ ਇਸ ਪ੍ਰਕਾਰ ਖੁਆਇਸ਼ ਵੱਧ ਰਹੀ ਹੈ ਕਿ ਜਿਵੇਂ ਦਰਖਤ ਦੀਆਂ ਟਾਹਣੀਆਂ ਵੱਧਦੀਆਂ ਹੋਣ। ਕਰੁਣਾ ਕਰ ਜੋ ਸਭ ਬਿਰਤਾਂਤਾ, ਕਹੋ ਆਪ ਜੋ ਮੁਝ ਹੋਏ ਸ਼ਾਂਤਾ। ਕਿਰਪਾ ਕਰਕੇ ਜਿਹੜਾ ਸਾਰਾ ਵੇਰਵਾ ਮੈਨੂੰ ਵਿਸਥਾਰ ਦੇ ਨਾਲ ਦੱਸੋ, ਤਾਂ ਜੋ ਮੇਰੇ ਅੰਦਰ ਵੀ ਇੱਕ ਸ਼ਾਂਤੀ ਆਵੇ, ਮੇਰੇ ਅੰਦਰ ਵੀ ਟਿਕਾ ਆਵੇ, ਮੈਂ ਵੀ ਕੁਝ ਤੁਹਾਡੇ ਤੋਂ ਸਮਝ ਸਕਾਂ। ਕਮਲ ਬਦਨ ਕਰੁਣਾ ਗੁਰ ਮੰਦਰ, ਬੋਲੇ ਬਚਨ ਮ੍ਰਿਦੁਲ ਬਾਰ ਸੁੰਦਰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਣਾਂ ਦੇ ਘਰ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਫਿਰ ਬਚਨ ਕਹੇ ਹਨ। ਕਨਿਓ ਮੈਂ ਮਮਤਾ ਜੋ ਕਨੇਰੀ, ਸਭ ਬਿਆਨ ਤਨ ਕੀ ਮੂਲ ਵਡੇਰੀ। ਪਿੱਛੇ ਦੀਵਾਨਾਂ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਸਰੀਰ ਨੂੰ ਜੋ ਰੋਗ ਲੱਗਦਾ ਹੈ, ਅਸਲ ਦੇ ਵਿੱਚ ਉਹਦਾ ਕਾਰਨ ਜਿਹੜਾ ਹੈ ਉਹ ਅੰਦਰ ਤੋਂ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹੀ ਗੱਲ ਸਪਸ਼ਟ ਕਰ ਰਹੇ ਹੈ ਕਿ ਵੈਦ ਜੀ, ਤਨ ਹਉਮੈ ਮਮਤਾ ਜੋ ਘੇਰੀ ਕਨੇਰੀ। ਅਸਲ ਦੇ ਵਿੱਚ ਜਿਹੜਾ ਹੈ, ਜਿਹੜਾ ਮਮਤਾ ਤੇ ਹਉਮੈ ਦਾ ਵਧੇਕ ਜਿਹੜਾ ਵਾਸਾ ਸਰੀਰ ਦੇ ਵਿੱਚ ਹੋਇਆ ਹੈ ਨਾ, ਹਉਮੈ ਦਾ ਅਰਥ ਆਪ ਜਾਣਦੇ ਹੋ ਤੇ ਮਮਤਾ ਦਾ ਅਰਥ ਹੁੰਦਾ ਹੈ ਆਪਣਤ। ਕਿਸੇ ਵੀ ਸ਼ੈ ਨੂੰ ਜਿਹੜਾ ਕਹਿਣਾ ਇਹ ਮੇਰੀ ਹੈ, ਮੇਰੀ ਦੀ ਮੋਹਰ ਜਿੱਥੇ ਲੱਗ ਗਈ ਉਹ ਜਿਹੜੀ ਹੈ ਮਮਤਾ ਪੈਦਾ ਕਰ ਦਿੰਦੀ ਹੈ ਮਨੁੱਖ ਦੇ ਅੰਦਰ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਵਧਾਇਨ ਕੀ ਮੂਲ ਵਡੇਰੀ। ਅਸਲ ਦੇ ਵਿੱਚ ਜਿਹੜਾ ਹੈ ਇਹ ਸਾਰੇ ਰੋਗਾਂ ਦੀ ਜੜ ਹੈ। ਇਹ ਦੋ ਚੀਜ਼ਾਂ, ਇੱਕ ਆਪਣਤ, ਦੂਜਾ ਹਉਮੈ। ਮਮਤਾ ਤੇ ਹਉਮੈ ਇਹ ਰੋਗਾਂ ਦੀ ਜੜ ਹੈ। ਆਤਮ ਤਨ ਤੇ ਲਖੀਐ ਨਿਆਰੋ, ਚੇਤਨ ਜੜਨੀ ਕੇ ਨਿਰਤਾਰੋ। ਆਤਮਾ ਨੂੰ ਜਿਹੜਾ ਹੈ ਸਰੀਰ ਨਾਲੋਂ ਵੱਖਰਾ ਸਮਝੋ ਤੇ ਜੜ ਚੇਤਨ ਦਾ ਚੰਗੀ ਤਰ੍ਹਾਂ ਤੁਸੀਂ ਨਿਰਣਾ ਕਰਨਾ ਕਰੋ। ਨਿਰਵਿਕਾਰ ਗੁਣ ਜਾਣਿਆ ਸੰਗਾ, ਬ੍ਰਹਮ ਪੰਗੋ ਤਬ ਹੈ ਪੰਗਾ। ਇਸ ਲਈ ਜਿਹੜਾ ਨਿਰਵਿਕਾਰ ਨੂੰ ਫਿਰ ਨਿਰਾਲਾ ਸਮਝੋ ਤੇ ਭਰਮ ਨੂੰ ਨਾਸ਼ ਕਰੋ, ਤਦ ਹੀ ਜਿਹੜਾ ਹੈ ਇਸ ਦਾ ਖਾਤਮਾ ਹੋ ਸਕਦਾ ਹੈ, ਮੈਂ ਮੇਰੀ ਦਾ ਤੇ ਮਮਤਾ ਦਾ। ਪਰ ਗੁਣ ਪਰ ਧਨ ਪਰਨ ਪ੍ਰਸ਼ੰਸਾ, ਜੈ ਨਏ ਜੁਰ ਲਖੋ ਨਿਸੰਸਾ। ਪਰਾਇਆ ਗੁਣ, ਪਰਾਇਆ ਧਨ ਤੇ ਪਰਾਈ ਜਿਹੜੀ ਹੈ ਪ੍ਰਸ਼ੰਸਾ, ਖੁਸ਼ਾਮਦ ਕਹਿ ਲਓ। ਤੇ ਅਸਲ ਦੇ ਵਿੱਚ ਇਹ ਜਿਹੜਾ ਇੱਕ ਤਾਪ ਹੈ ਸਾਡੇ ਵਾਸਤੇ। ਸਰੀਰ ਨੂੰ ਕਹਿ ਲਓ ਕਿ ਬੁਖਾਰ ਚੜਿਆ ਹੋਇਆ ਇਸ ਪ੍ਰਕਾਰ। ਜਦੋਂ ਇਹ ਚੀਜ਼ਾਂ ਸਾਡੇ ਅੰਦਰ ਘਰ ਘਰ ਜਾਂਦੀਆਂ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪਰਾਇਆ ਗੁਣ, ਪਰਾਇਆ ਧਨ ਤੇ ਪਰਾਈ ਜਿਹੜੀ ਹੈ ਖੁਸ਼ਾਮਦ ਜਾਂ ਪ੍ਰਸ਼ੰਸਾ ਕਹਿ ਲਓ, ਇਹ ਚੀਜ਼ਾਂ ਜਿਹੜੀਆਂ ਨੇ ਗੁਰੂ ਸਾਹਿਬ ਜੀ ਕਹਿੰਦੇ ਨਿਰਸੰਦੇਹ ਜਿਹੜਾ ਹੈ ਨਾ ਸਹਿ ਸਕਣ ਵਾਲਾ ਇੱਕ ਤਾਪ ਹੈ। ਸਭ ਜੀਵਨ ਸੋ ਮੈਤਰੀ ਕਰਨੀ, ਤੈ ਕੋਏ ਔਖਦ ਪਰਿਹਰਨੀ। ਇਸ ਬੁਖਾਰ ਨੂੰ ਜੇਕਰ ਦੂਰ ਕਰਨਾ ਹੈ ਨਾ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਵੇਂ ਸਾਰੇ ਜੀਵਨ ਵਿੱਚ ਜਿਹੜਾ ਹੈ ਨਾ ਮਿੱਤਰਤਾ ਕਰਨੀ, ਤੇ ਉਸ ਤਾਪ ਨੂੰ ਜਿਹੜਾ ਹੈ ਦੂਰ ਕਰਨ ਵਾਲੀ ਇਹ ਸਭ ਤੋਂ ਵੱਡੀ ਫਿਰ ਦਵਾਈ ਹੈ। ਜੋ ਮਿੱਤਰਨ ਸੁਖ ਲਖ ਕਰ ਸੁਖਿਆ, ਤੈਸੀ ਬ੍ਰਿਤ ਸਭਨ ਸੋ ਰਖਿਆ। ਇਸ ਕਰਕੇ ਹੁਣ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਵੇਂ ਮਿੱਤਰਾਂ ਤੇ ਦੋਸਤਾਂ ਨੂੰ ਮਿਲ ਕੇ ਸੁਖ ਪ੍ਰਾਪਤ ਹੁੰਦਾ ਹੈ ਨਾ, ਅਜਿਹੀ ਬਿਰਤੀ ਜਿਹੜਾ ਹੈ ਗੈਰ ਮਨੁੱਖ ਦੇ ਨਾਲ, ਗੈਰ ਵਿਅਕਤੀ ਦੇ ਨਾਲ ਵੀ ਜਿਹੜਾ ਹੈ ਉਹਦੇ ਨਾਲ ਵੀ ਹੋਣੀ ਚਾਹੀਦੀ ਹੈ। ਕਹਿ ਲਓ ਕਿ ਮਨੁੱਖ ਦੇ ਅੰਦਰ ਜੋ ਮੇਰਾ ਤੇ ਤੇਰਾ ਹੈ,
ਜਿਹੜਾ ਮਨੁੱਖ ਸਮਝਦਾ ਹੈ ਆ ਮੇਰਾ ਹੈ, ਆ ਤੇਰਾ ਹੈ, ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੀ ਖੁਸ਼ੀ ਜਿਹੜਾ ਸੁੱਖ ਤੁਸੀਂ ਆਪਣੇ ਸਗੇ ਸੰਬੰਧੀਆਂ ਮਿੱਤਰਾਂ ਦੋਸਤਾਂ ਨੂੰ ਮਿਲ ਕੇ ਪ੍ਰਾਪਤ ਕਰਦੇ ਹੋ, ਅਜਿਹੀ ਬਿਰਤੀ ਜਿਹੜਾ ਹੈ ਤੁਸੀਂ ਗੈਰਾਂ ਵਾਸਤੇ ਵੀ ਰੱਖ ਲਓ। ਜਿਵੇਂ ਅੱਜ ਵਿਚਾਰ ਦੇ ਵਿੱਚ ਜਿਹੜਾ ਹੈ ਭਾਈ ਸਾਹਿਬ ਜੀ ਇਹ ਗੱਲ ਸਮਝਾ ਰਹੇ ਸਨ। ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਸਤਨਾਮ ਸਿੰਘ, ਉਹਨਾਂ ਨੇ ਇਹੋ ਹੀ ਗੱਲ ਕਹੀ ਹੈ, ਜੋ ਮਾਲਕ ਦਾ ਉਪਦੇਸ਼ ਹੈ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਤੇ ਸਤਿਗੁਰੂ ਜੀ ਨੇ ਤੇ ਇਹ ਗੱਲ ਸਪਸ਼ਟ ਸਮਝਾਈ ਹੋਈ ਹੈ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਤੇ ਹੁਣ ਕੋਈ ਜਿਹੜਾ ਹੈ ਵੈਰੀ ਨਹੀਂ ਰਿਹਾ, ਕੋਈ ਬੇਗਾਨਾ ਨਹੀਂ, ਭਾਵ ਜਿਹੜਾ ਹੈ ਸਾਰੇ ਆਪਣੇ ਨੇ, ਸਾਰਿਆਂ ਦੇ ਨਾਲ ਬਣ ਗਈ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਦੇ ਅੰਦਰ ਇਹ ਚੀਜ਼ ਹੈ ਕਿ ਜੇਕਰ ਤੇ ਆਪਣਿਆਂ ਨਾਲ ਮਿਲੇਗਾ ਸੁੱਖ, ਤੇ ਜੇ ਕੋਈ ਗੈਰ ਮਿਲ ਜਾਵੇ ਜਾਂ ਕੋਈ ਦੁਸ਼ਮਣ ਸਾਹਮਣੇ ਦਿਖ ਜਾਵੇ ਤੇ ਮਨੁੱਖ ਆਪਣੇ ਅੰਦਰ ਹੀ ਝੂਰਨ ਲੱਗ ਪੈਂਦਾ ਹੈ, ਕਿਉਂ ਦੇਖ ਕੇ ਸਾਹਮਣੇ। ਤੇ ਗੁਰੂ ਸਾਹਿਬ ਜੀ ਕਹਿਣਗੇ ਰੋਗ ਹੀ ਫਿਰ ਪੈਦਾ ਹੋਣੇ, ਹੋਰ ਕੀ ਹੋਣਾ। ਅੰਦਰ ਚਿੰਤਿਤ ਹੋਏਗਾ, ਅੰਦਰ ਜਿਹੜਾ ਹੈ ਵਿਕਾਰ ਇੱਕ ਪੈਦਾ ਕਰੇਗਾ, ਕਿਹੜਾ ਕ੍ਰੋਧ ਦਾ, ਅੰਦਰ ਜਿਹੜਾ ਹੈ ਪਰਾਏ ਦਾ ਬੁਰਾ ਸੋਚਣ ਲੱਗ ਪਏਗਾ ਅੰਦਰ, ਜਿਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਤੇ ਰੋਗ ਤੋਂ ਰਹਿਤ ਫਿਰ ਰਹਿ ਹੀ ਨਹੀਂ ਸਕਦਾ। ਇਸ ਲਈ ਮਾਲਕ ਜੀ ਕਹਿੰਦੇ ਨੇ ਜਿਉਂ ਮਿੱਤਰਨ ਸੁਖ ਲੱਖ ਕਰ ਸੁਖੀਆ, ਤੈਸੀ ਬਿਰਤ ਸਭਨ ਸੋਂ ਰਖੀਆ। ਜਿਵੇਂ ਤੁਸੀਂ ਮਿੱਤਰਾਂ ਦੋਸਤਾਂ ਜਾਂ ਸੰਬੰਧੀਆਂ ਦੇ ਨਾਲ ਸੁੱਖ ਪ੍ਰਾਪਤ ਕਰਦੇ ਹੋ ਮਿਲ ਕੇ, ਕੋਈ ਗੈਰ ਵੀ ਮਿਲ ਜਾਵੇ ਉੱਦਾਂ ਦਾ ਸੁੱਖ ਕਿਤੇ ਉਹਨਾਂ ਨੂੰ ਮਿਲ ਕੇ ਵੀ ਪ੍ਰਾਪਤ ਕਰਿਆ ਕਰੋ। ਨਿਜ ਗੁਣ ਤਨ ਦੀ ਜਸ ਬਿਸ ਪੀਰਨ, ਕਰਤ ਮਾਨ ਇਹ ਹੈ ਬੜ ਚੀਰਨ। ਸਤਿਗੁਰੂ ਜੀ ਕਹਿੰਦੇ ਪੁਰਾਣਾ ਰੋਗ ਕਿਹੜਾ ਹੈ, ਜਿਹੜਾ ਮਿਆਦੀ ਰੋਗ ਕਹਿ ਲਓ, ਮਿਆਦੀ ਬੁਖਾਰ ਜਿਹੜਾ ਚੜ੍ਹਦਾ ਹੈ, ਬਹੁਤ ਪੁਰਾਣਾ, ਅੰਦਰ ਵੀ ਹੈ ਇੱਕ ਨਿੱਜੀ ਗੁਣ। ਮਨੁੱਖ ਕਹਿੰਦਾ ਹੈ ਕਿ ਮੇਰੇ ਕੋਲ ਹੀ ਹੈ ਜੀ ਸਭ ਕੁਝ। ਤੇ ਸਤਿਗੁਰੂ ਜੀ ਤੇ ਪ੍ਰੇਰਣਾ ਇਹ ਦਿੰਦੇ ਨੇ ਪਾਵਨ ਬਾਣੀ ਦੇ ਰਾਹੀਂ, ਭਾਈ ਕੁਝ ਵੀ ਹੋਵੇ ਜ਼ੁਬਾਨ ਤੇ ਇਹ ਚੀਜ਼ ਨਹੀਂ ਆਉਣੀ ਚਾਹੀਦੀ ਆ ਮੇਰਾ ਹੈ ਤੇ ਆ ਮੈਂ ਕਰ ਰਿਹਾ ਹੈ ਜਾਂ ਮੇਰੇ ਕੋਲ ਹੀ ਹੈ ਸਭ ਕੁਝ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੈਦ ਜੀ ਨਿੱਜੀ ਗੁਣ ਧਨ ਤੇ ਨਿੱਜੀ ਸਿਫਤ ਇਹਦਾ ਮਾਣ ਕਰਨਾ, ਇਹ ਬਹੁਤ ਜਿਹੜਾ ਹੈ ਵੱਡਾ ਤੇ ਪੁਰਾਣਾ ਰੋਗ ਹੈ, ਜਿੱਤੋਂ ਕੋਈ ਮਨੁੱਖ ਬਚਿਆ ਹੈ। ਤੇ ਗੁਰੂ ਕੀ ਬਾਣੀ ਤੁਸੀਂ ਪੜ੍ਹਦੇ ਹੋ, ਸੁਖਮਨੀ ਸਾਹਿਬ ਦਾ ਬਚਨ ਹੈ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਨੇ ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਆਪਣੇ ਰੂਪ ਨੂੰ ਵੇਖ ਕੇ ਕਿਤੇ ਮਾਣ ਨਾ ਕਰ ਬੈਠੀ ਕਿ ਹਾਂ ਜਿਹੜਾ ਪਰਮਾਤਮਾ ਨੇ ਰੂਪ ਮੈਨੂੰ ਦਿੱਤਾ ਹੈ ਕੇਵਲ ਮੇਰੇ ਕੋ ਹੀ ਹੈ, ਹੋਰ ਕੋਈ ਮੇਰੇ ਵਰਗਾ ਹੈ ਹੀ ਨਹੀਂ। ਤੇਰੇ ਤੋਂ ਵੀ ਵਧੇਕ ਪਏ ਹੋਣਗੇ ਸੰਸਾਰ ਦੇ ਅੰਦਰ, ਮਾਣ ਨਾ ਕਰੀ। ਤੇ ਗੁਰੂ ਸਾਹਿਬ ਜੀ ਕਹਿੰਦੇ ਸਿੱਖਿਆ ਇਹ ਦੇ ਰਹੇ ਅਸੀਂ ਕਿ ਸਾਰਿਆਂ ਦੇ ਵਿੱਚ ਜੋਤ ਪਰਮਾਤਮਾ ਦੀ ਵਸੀ ਹੋਈ ਹੈ, ਭਾਵੇਂ ਉਹ ਕਾਲਾ ਹੈ, ਭਾਵੇਂ ਕੋਈ ਕਿਸੇ ਰੰਗ ਦਾ ਹੈ, ਹਰ ਇੱਕ ਦੇ ਵਿੱਚ ਜਿਹੜਾ ਹੈ ਤੂੰ ਜੋਤ ਪਰਮਾਤਮਾ ਦੀ ਵੇਖਣੀ ਹੈ। ਰੋਗ ਤੋਂ ਰਹਿਤ ਹੋ ਜਾਏਗਾ, ਨਿੱਜੀ ਗੁਣ ਭੁੱਲ ਜਾਣਗੇ, ਨਿੱਜੀ ਧਨ, ਨਿੱਜੀ ਸਿਫਤ, ਵਡਿਆਈ ਜਿਹੜੀ ਆਪਣੀ, ਇਹ ਸਭ ਕੁਝ ਤੂੰ ਭੁੱਲ ਬੈਠੇਗਾ। ਫਿਰ ਇੱਕੋ ਗੱਲ ਕਹੇਗਾ ਮਾਲਕਾ ਜੋ ਹੈ ਠੀਕ ਹੈ, ਤੇਰੀ ਰਜ਼ਾ ਦੇ ਵਿੱਚ ਹੈ। ਪਾਵਨ ਬਾਣੀ ਦੇ ਬਚਨ ਨੇ ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕੁਛ ਤਿਸਕਾ ਦੀਆ ਦਰਬੈ। ਅਸੀਂ ਕਿਸ ਚੀਜ਼ ਦਾ ਮਾਣ ਕਰਕੇ ਬੈਠੇ ਹਾਂ ਕਿ ਧਨ ਸਾਡਾ ਹੈ, ਪੈਸਾ ਸਾਡੇ ਕੋਲ ਹੈ। ਤੇ ਸਤਿਗੁਰੂ ਜੀ ਕਹਿੰਦੇ ਕਦੇ ਜ਼ੁਬਾਨ ਤੋਂ ਇਹ ਨਹੀਂ ਕਿਹਾ ਕਿ ਮਾਲਕਾ ਇਹ ਤੂੰ ਦਿੱਤਾ ਹੋਇਆ ਹੈ, ਨਹੀਂ ਇਹ ਮੇਰਾ ਹੈ। ਨਿੱਜੀ ਧਨ ਦਾ ਮਾਣ ਕਰਨਾ,
ਨਿੱਜੀ ਸਿਫਤ, ਨਿੱਜੀ ਵਡਿਆਈ, ਇਹਨਾਂ ਚੀਜ਼ਾਂ ਦਾ ਮਾਣ। रूपवंत होए नाही मोह है, प्रभ की जोत सगल कट सो है। धनवंता होए क्या को गर्भ है, जहाँ सब किछ तिसका दिया दर्ब है। आत सूरा जे को कहावे, प्रभ की कला बिना कहतावे। तू अपने आप को सूरमा समझे, मेरे को ताकत है, मेरे को सोचण शक्ति है, मेरे को जो समझ है किसी को है ही नहीं। तो सतगुरु जी कहन लगे, ਉਹਦੀ ਕਲਾ ਤੋਂ ਬਿਨਾਂ, ਉਹਦੀ ਸਤਿਆ ਤੋਂ, ਉਹਦੀ ਸ਼ਕਤੀ ਤੋਂ ਬਿਨਾਂ ਕਿਤੇ ਤੂੰ ਕੁਝ ਕਰ ਹੀ ਨਹੀਂ ਸਕਦਾ, ਕੁਝ ਨਹੀਂ ਹੈ। ਇਸ ਲਈ ਜਿਹੜਾ ਹੈ ਤੇ ਮਾਲਕ ਜੀ ਕਹਿਣ ਲੱਗੇ, ਉਹਦੀ ਕਲਾ ਤੋਂ ਬਿਨਾਂ ਜਿਹੜਾ ਹੈ ਕੁਝ ਵੀ ਤੂੰ ਨਹੀਂ ਕਰ ਸਕਦਾ। ਇਸ ਲਈ ਮਾਲਕ ਜੀ ਕਹਿਣ ਲੱਗੇ, ਜੇ ਅਰੋਗ ਬਣਨਾ ਹੈ ਤੇ ਸਭ ਤੋਂ ਜਿਹੜਾ ਹੈ ਵੱਡਾ ਜਿਹੜੀ ਜੜ ਹੈ ਨਾ, ਉਹਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪੰਜਵੀਂ ਜੋਤ ਨੇ ਕੀਤਾ ਹੈ। ਇਸ ਲਈ ਜਿਹੜਾ ਹੈ ਵਚਨ ਚੇਤੇ ਰੱਖਿਆ ਕਰੋ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ। आत सूरा जे को कहावे, प्रभ की कला बिना कहतावे। जे को होए बह दातार, तिस देन हार जाने गवार। जिस गुर प्रसाद टूटे हों रोग, हों रोग। मैं मेरी दा रोग गुरु दी किरपा नाल जिन्हां दा टुट गया। जिस गुर प्रसाद टूटे हों रोग, नानक सो जन सदा अरोग। ਬਾਹਰਮੁਖੀ ਦੁੱਖ ਰੋਗ ਆ ਹੀ ਨਹੀਂ ਸਕਦੇ ਮਨੁੱਖ ਨੂੰ, ਜਦੋਂ ਇਹਦਾ ਅੰਦਰ ਜਿਹੜਾ ਕਹਿ ਲਓ ਕਿ ਸਵਸਥ ਹੋਏਗਾ, ਸੋਹਣਾ ਹੋਏਗਾ। ਰੋਗ ਤੇ ਅੰਦਰ ਭਰੇ ਹੋਏ ਨੇ, ਦੁੱਖਾਂ ਨੇ ਤੇ ਅੰਦਰ ਡੇਰਾ ਲਾਇਆ ਹੋਇਆ। ਬਚਨ ਆਪਾਂ ਪੜ੍ਹਦੇ ਇਸੇ ਲਈ ਕਿ ਪਰਮੇਸ਼ਰ ਦਿੱਤਾ ਵਰਨਾ ਦੁੱਖ ਰੋਗ ਕਾ ਡੇਰਾ ਪੰਨਾ, ਸਰੀਰ ਤੇ ਥੋੜੀ ਅੰਦਰ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਇਹਨਾਂ ਚੀਜ਼ਾਂ ਦਾ ਮਾਣ ਜਿਹੜਾ ਕਰਨਾ ਨਾ, ਇਹ ਬਹੁਤ ਪੁਰਾਣਾ ਰੋਗ ਹੈ ਮਨੁੱਖ ਦੇ ਹਿਰਦੇ ਵਿੱਚ। ਲੱਖ ਕਰ ਸਭ ਹਰਿ ਕੀ ਵਡਿਆਈ, ਹਿਰਦੇ ਗਰੀਬੀ ਚੂਰਨ ਖਾਈ। ਹਰ ਪਾਸੇ ਪਰਮਾਤਮਾ ਦੀ ਵਡਿਆਈ ਵੇਖ ਕੇ ਹਿਰਦੇ ਵਿੱਚ ਜਿਹੜਾ ਹੈ ਗਰੀਬੀ ਵਾਲਾ ਸੁਭਾਅ ਆਉਂਦਾ ਹੈ ਮਨੁੱਖ ਦੇ। ਤੇ ਜਦੋਂ ਇਹ ਸਮਝੇਗਾ ਮਨੁੱਖ ਕਿ ਹਾਂ ਭਈ ਮੇਰੀ ਸ਼ੋਭਾ, ਮੇਰੀ ਵਡਿਆਈ, ਮੇਰਾ ਨਾਮ ਬਣਾਉਣਾ ਚਾਹੀਦਾ, ਤੇ ਫਿਰ ਉੱਥੇ ਰੱਬ ਦੀ ਜੋਤ ਕਿੱਥੇ ਦਿਖੇਗੀ? ਨਹੀਂ ਦਿਖ ਸਕਦੀ। ਤੇ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਹਿਰਦੇ ਵਿੱਚ ਗਰੀਬੀ ਵਾਲਾ ਸੁਭਾਅ ਲਿਆਉਣਾ ਹੈ, ਤੇ ਉਸ ਵਾਸਤੇ ਵੀ ਗੁਰੂ ਕੀ ਬਾਣੀ ਨੇ ਬਚਨ ਸਾਨੂੰ ਦਿੱਤੇ ਨੇ। ਤੇ ਉਸ ਵਾਸਤੇ ਵੀ ਪੰਚਮ ਪਾਤਸ਼ਾਹ ਜੀ ਨੇ ਇਹ ਗੱਲਾਂ ਸਮਝਾਈਆਂ ਨੇ ਕਿ ਇਹ ਸੰਸਾਰ ਦੇ ਲੋਕੋ, ਅਸਲ ਦੇ ਵਿੱਚ ਜਿਹੜਾ ਹੈ ਕੁਝ ਵੀ ਹੋਵੇ ਤੁਹਾਡੇ ਕੋਲ, ਪਰ ਜ਼ੁਬਾਨ 'ਤੇ ਇਹ ਚੀਜ਼ ਨਹੀਂ ਆਉਣੀ ਚਾਹੀਦੀ ਕਿ ਇਹ ਸਭ ਕੁਝ ਮੇਰਾ ਹੈ ਜਾਂ ਮੇਰੇ ਜ਼ਰੀਏ ਹੋ ਰਿਹਾ ਹੈ ਜਾਂ ਮੈਂ ਕਰ ਰਿਹਾ। ਇਸ ਲਈ ਮਾਲਕ ਜੀ ਇੱਥੇ ਸਮਝਾ ਰਹੇ ਨੇ, ਜਦੋਂ ਅਸੀਂ ਹਰ ਪਾਸੇ ਵਡਿਆਈ ਪਰਮਾਤਮਾ ਦੀ ਵੇਖਾਂਗੇ ਤੇ ਹਿਰਦੇ ਵਿੱਚ ਫਿਰ ਗਰੀਬੀ ਸੁਭਾਅ ਜਿਹੜਾ ਹੈ ਉਹ ਆਉਂਦਾ ਹੈ। ਇਸ ਲਈ ਫਿਰ ਉਹਨਾਂ ਦੇ ਹਿਰਦੇ ਵਿੱਚ ਜਿਹੜਾ ਹੈ ਨਾ, ਜਿਹੜੇ ਹਰ ਪਾਸੇ ਪਰਮਾਤਮਾ ਨੂੰ ਵਸਦਾ ਹੋਇਆ ਵੇਖ ਲੈਂਦੇ ਨੇ, ਜ਼ਰਰੇ ਜ਼ਰਰੇ ਵਿੱਚ ਸਮਾਇਆ ਹੋਇਆ ਦੇਖਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਵੈਦ ਜੀ ਹਰ ਸਿਮਰਨ ਰੁਚ ਸਹੁੰ ਲਿਵ ਲਾਗੀ। ਉਹਨਾਂ ਦੀ ਫਿਰ ਰੁਚੀ, ਉਹਨਾਂ ਦੀ ਤਾਂਘ ਫਿਰ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗ ਜਾਂਦੀ ਹੈ। ਤੇ ਇਸ ਲਈ ਜਿਹੜਾ ਹੈ ਲੱਖੇ ਅਰਜ ਇਹ ਭੂਖ ਸੁਜਾਗੀ। ਤੇ ਇਸ ਲਈ ਜਿਹੜਾ ਹੈ ਉਹਨਾਂ ਦੇ ਅੰਦਰ ਫਿਰ ਪਰਮਾਤਮਾ ਦੀ ਭਗਤੀ ਦੀ ਭੁੱਖ ਜਿਹੜੀ ਹੈ ਉਹ ਜਾਗਦੀ ਹੈ। ਬਾਸ਼ਨਾ ਕ੍ਰਿਸ਼ਨਾ ਖਾਂਸੀ, ਦਿਨ ਪ੍ਰਤ ਬਾਰਦਤ ਕਬ ਨਾ ਬਿਨਾਸ਼ੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਅੱਗੇ ਦੇਖੋ ਰੋਗ ਮਨੁੱਖ ਦੇ ਅੰਦਰ, ਵਿਸ਼ੇ ਬਾਸ਼ਨਾ ਤ੍ਰਿਸ਼ਨਾ ਖਾਸੀ। ਵਿਸ਼ੇ ਬਾਸ਼ਨਾ, ਲਾਲਚ ਤੇ ਖਾਂਸੀ ਜਿਹੜੀ ਹੈ ਇਹ ਨਿਤਾ ਪ੍ਰਤੀ ਵੱਧਦੇ ਰਹਿੰਦੇ ਨੇ। ਇਹ ਰੋਗ ਇਹੋ ਜਿਹੇ ਨੇ। ਖੰਘ ਜਿਹੜੀ ਹੈ
ਕੰਟਰੋਲ ਵਿੱਚ ਆ ਜੇ ਤੇ ਆ ਜਾਏ, ਜੇ ਇੱਕ ਵਾਰ ਛਿੜ ਗਈ ਤੇ ਉਹ ਫਿਰ ਜਿਹੜਾ ਰੁਕਣ ਦਾ ਨਾਮ ਨਹੀਂ ਲੈਂਦੀ, ਵੱਧਦੀ ਰਹਿੰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇੱਦਾਂ ਹੀ ਅੰਦਰ ਵੀ ਹੈ। ਵਿਸ਼ੇ ਵਾਸ਼ਨਾ ਜਦੋਂ ਅੰਦਰ ਮਨੁੱਖ ਦੇ ਪੈਦਾ ਹੋ ਜਾਂਦੀ ਹੈ ਨਾ, ਤੇ ਫਿਰ ਇਹ ਰੁਕਣ ਦਾ ਨਾਮ ਨਹੀਂ ਲੈਂਦੀ। ਤੇ ਲਾਲਚ ਜੇਕਰ ਮਨੁੱਖ ਦੇ ਅੰਦਰ ਪੈਦਾ ਹੋ ਗਿਆ ਇੱਕ ਵਾਰ, ਤੇ ਉਹ ਵੀ ਜਿਹੜਾ ਹੈ ਰੁਕਣ ਦਾ ਨਾਮ ਨਹੀਂ ਲਏਗਾ। ਨਿਤਾਂ ਪ੍ਰਤੀ ਜਿਹੜਾ ਹੈ ਵਾਧੇ ਰਹਿੰਦੇ ਨੇ, ਕਦੀ ਇਹ ਖਤਮ ਨਹੀਂ ਹੁੰਦੇ। ਮਿਥਿਆ ਸਭੇ ਪਦਾਰਥ ਜਾਨੀ, ਇਹ ਚਟਨੀ ਤੈ ਕਰਹੀ ਹਾਨੀ। ਇਹ ਸਾਰੇ ਪਦਾਰਥ ਜਿਹੜਾ ਹੈ ਝੂਠੇ ਸਮਝੋ। ਤੇ ਚਟਪਟੇ ਪਦਾਰਥ ਜਿਹੜਾ ਹੈ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਨੂੰ ਹਾਨੀ ਪਹੁੰਚਾਉਂਦੇ ਨੇ। ਵਿਸ਼ੇ ਵਾਸ਼ਨਾ ਇਹ ਚਟਪਟਾ ਪਦਾਰਥ ਹੈ। ਤੇ ਉਸੇ ਪ੍ਰਕਾਰ ਜਿਹੜਾ ਲਾਲਚ ਹੈ ਇਹ ਵੀ ਇੱਕ ਚਟਪਟਾ ਪਦਾਰਥ ਹੀ ਹੈ। ਜਦੋਂ ਮਨੁੱਖ ਨੂੰ ਲੱਗ ਜਾਂਦਾ ਹੈ ਨਾ ਚਸਕਾ, ਤੇ ਫਿਰ ਜਿਹੜਾ ਮਨੁੱਖ ਪਿੱਛੇ ਨਹੀਂ ਹਟਦਾ, ਫਿਰ ਕਰਦਾ ਹੈ। ਤੇ ਇਸ ਲਈ ਮਾਲਕ ਜੀ ਕਹਿਣ ਲੱਗੇ ਇਹ ਇੱਕ ਜਿਹੜਾ ਹੈ ਹਾਨੀਕਾਰਕ ਪਦਾਰਥ ਨੇ, ਜੋ ਮਨੁੱਖ ਦੇ ਅੰਦਰ ਜਦੋਂ ਪੈਦਾ ਹੋ ਜਾਂਦੇ ਨੇ, ਤੇ ਮਨੁੱਖ ਜਿਹੜਾ ਹੈ ਫਿਰ ਆਪਣੇ ਆਪ ਨਹੀਂ ਇਹਨਾਂ ਨੂੰ ਕੰਟਰੋਲ ਕਰ ਸਕਦਾ। ਕਾਮ ਕ੍ਰੋਧ ਹਰਿ ਮੋਹ ਤ੍ਰਿਦੋਖੂ, ਜਿਨ ਸਭ ਜੀਵਨ ਕੀ ਸੁਧ ਸੋਖੂ। ਕਾਮ ਤੇ ਕ੍ਰੋਧ ਤੇ ਮੋਹ, ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਇਹ ਤਿੰਨ ਵੱਡੇ ਜਿਹੜੇ ਨੇ ਨਾ ਦੁੱਖ ਨੇ ਸਾਡੇ ਜੀਵਨ ਦੇ ਵਿੱਚ। ਕਾਮ ਦੀ ਵੀ ਉਮਰ ਛੋਟੀ ਹੈ, ਬਰਬਾਦੀ ਬਹੁਤ ਕਰਦਾ ਹੈ। ਵਾਸ਼ਨਾ ਜਦੋਂ ਪੈਦਾ ਹੁੰਦੀ ਹੈ, ਤੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਬਚਨ ਨੇ ਕਿ ਨਿਮਖ ਸਮੇਂ ਲਈ ਜਿਹੜਾ ਹੈ ਹੁੰਦਾ ਹੈ ਵਾਸ਼ਨਾ ਕਾਮ ਦੀ। ਤੇ ਜਦੋਂ ਇਹ ਅਸਲ ਦੇ ਵਿੱਚ ਇਹਦੇ ਵਿੱਚ ਗ੍ਰਸਤ ਹੋ ਜਾਂਦਾ ਹੈ ਮਨੁੱਖ, ਤੇ ਉਦੋਂ ਆਪਣੇ ਆਪ ਨੂੰ ਇਹ ਬਚਾ ਨਹੀਂ ਪਾਉਂਦਾ, ਤੇ ਇਹ ਕਾਮ ਵਾਸ਼ਨਾ ਜਿਹੜੀ ਹੈ ਜ਼ਿੰਦਗੀ ਭਰ ਲਈ ਮੱਥੇ ਤੇ ਕਲੰਕ ਲਾ ਦਿੰਦੀ ਹੈ। ਤੇ ਇਸ ਲਈ ਮਾਲਕ ਜੀ ਕਹਿੰਦੇ ਨੇ ਕਾਮ ਕ੍ਰੋਧ ਅਰ ਮੋਹ ਨਿਰਦੋਖੂ, ਜਿਨ ਸਭ ਜੀਵਨ ਕੀ ਸੁਧ ਸੋਖੂ। ਜਿਨ੍ਹਾਂ ਜੀਵਨ ਦੀ ਸਾਰੀ ਸੋਝੀ ਜਿਹੜਾ ਹੈ ਨਾ ਸੁਕਾ ਦਿੱਤੀ ਹੈ। ਇਹ ਤਿੰਨ ਜਿਹੜੇ ਵੱਡੇ ਦੁੱਖ ਨੇ, ਜਿਵੇਂ ਕਿ ਦੁਨਿਆਵੀ ਤੌਰ ਤੇ ਵਾਈ ਹੋ ਗਈ, ਪਿੱਤ ਹੋ ਗਈ, ਬਲਗਮ ਹੋ ਗਈ, ਤੇ ਗੁਰੂ ਸਾਹਿਬ ਜੀ ਕਹਿੰਦੇ ਅੰਦਰ ਵਾਸਤੇ ਇਹ ਦੁੱਖ ਨੇ ਮਨੁੱਖ ਦੇ ਅੰਦਰ, ਕਿ ਕਾਮ ਤੇ ਕ੍ਰੋਧ ਇਹਦੀ ਉਮਰ ਵੀ ਛੋਟੀ ਹੁੰਦੀ ਹੈ। ਕਦੀ ਨੋਟ ਕਰਕੇ ਦੇਖ ਲਓ, ਗੁੱਸਾ ਕਿੰਨੇ ਚਿਰ ਵਾਸਤੇ ਆਉਂਦਾ ਹੈ? ਕਦੀ ਤੁਸੀਂ ਦੇਖਿਆ ਹੋਵੇਗਾ, ਤੁਹਾਨੂੰ ਵੀ ਆਉਂਦਾ ਹੈ ਸਾਰਿਆਂ ਨੂੰ। ਕਿੰਨੇ ਚਿਰ ਵਾਸਤੇ? ਕਹਿ ਲਓ 1 ਮਿੰਟ, 5 ਮਿੰਟ, 10 ਮਿੰਟ, ਤੇ ਕੋਈ ਜਿਹੜਾ ਹੈ ਕਹਿ ਲਓ ਕਿ ਨਹੀਂ, ਜ਼ਿਆਦਾ ਨਹੀਂ ਹੈ। ਕੇਵਲ ਜਿਹੜਾ ਹੈ 5 ਮਿੰਟ ਤੋਂ ਨੀਚੇ ਜਿਹੜਾ ਕਹਿ ਲਓ ਕਿ ਇਹ ਗੁੱਸਾ ਆਇਆ ਹੈ, ਤੇ ਮਨੁੱਖ ਦੀ ਜ਼ਿੰਦਗੀ ਬਰਬਾਦ ਕਰਕੇ ਚਲੇ ਗਿਆ। ਇਹ ਤਿੰਨ ਚੀਜ਼ਾਂ, ਮੋਹ ਤੇ ਅਹੰਕਾਰ ਜਿਹੜਾ ਹੈ, ਇਹਨਾਂ ਦੀ ਉਮਰ ਬੜੀ ਲੰਬੀ ਹੈ। ਇਹ ਜ਼ਿੰਦਗੀ ਭਰ ਚੱਲਦੇ ਨੇ। ਪਰ ਇਹ ਜਿਹੜੇ ਤਿੰਨ ਨੇ, ਕਾਮ ਤੇ ਕ੍ਰੋਧ ਤੇ ਲੋਭ, ਲਾਲਚ ਵੀ ਕੁਝ ਪਲਾਂ ਲਈ ਆਉਂਦਾ ਹੈ, ਤੇ ਮਨੁੱਖ ਨੂੰ ਪਤਾ ਨਹੀਂ ਕੀ ਕੁਝ ਕਰਾ ਕੇ ਲੈ ਜਾਂਦਾ ਹੈ। ਤੇ ਇਸ ਲਈ ਗੁਰੂ ਸਾਹਿਬ ਜੀ ਕਹਿਣ ਲੱਗੇ ਇਹਨੇ ਤੇ ਜੀਵਨ ਦੀ ਸਾਰੀ ਸੋਝੀ ਸੁਕਾ ਦਿੱਤੀ, ਭੁਲਾ ਦਿੱਤਾ ਇਹਨੂੰ ਕਿ ਕੌਣ ਹੈ, ਕੀ ਕਰਨ ਆਇਆ ਸੀ। ਇਸ ਕਾਮ ਕ੍ਰੋਧ ਤੇ ਮੋਹ ਨੇ ਜਿਹੜਾ ਹੈ ਮਨੁੱਖ ਨੂੰ ਜਿਹੜਾ ਗਰਕ ਕਰ ਦਿੱਤਾ। ਸਤਿਗੁਰ ਬਚਨ ਸੰਭੇ ਸੁਰ ਪੂਰੀ, ਜਿਤ ਸੇਵੈ ਤੈਸੋ ਹੋਏ ਦੂਰੀ। ਇਸ ਲਈ ਇਹਦੀ ਦਵਾਈ ਵੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਕਰਕੇ ਜਿਹੜਾ ਹੈ ਨਾ ਮਨੁੱਖ ਸੋਝੀਹੀਣ ਹੋ ਗਿਆ ਸੀ, ਬੇਸਮਝ ਹੋ ਗਿਆ ਸੀ, ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਬਚਨਾਂ ਨਾਲ ਇਹ ਅਸਲ ਦੇ ਵਿੱਚ ਫਿਰ ਜਿਹੜਾ ਹੈ ਸਾਰੇ ਦੁੱਖ ਜਿਹੜੇ ਨੇ ਨਾ ਉਹ ਦੂਰ ਹੋ ਜਾਂਦੇ ਹਨ। ਮਨ ਰੋਗ ਕਰਹੀ ਪਰ ਨਿੰਦਾ, ਹਟੇ ਲਖੇ ਸਭ ਤੇ ਨਿਜ ਮੰਦਾ। ਪਰਾਈ ਨਿੰਦਿਆ ਜਿਹੜੀ ਹੈ ਇਹ ਇੱਕ ਉਲਟੀ ਦਾ ਰੋਗ ਹੈ। ਉਲਟੀ ਆਉਂਦੀ ਤੇ ਸੱਚੀ ਗੱਲ ਹੈ। ਪਲਟੀ ਕਦੋਂ ਆਉਂਦੀ ਹੈ? ਸਿਆਣੇ ਜੋ ਤੁਸੀਂ, ਜਦੋਂ ਅੰਦਰ
ਬਦਹਜ਼ਮੀ ਹੋ ਜਾਏ, ਪਾਚਨ ਕਿਰਿਆ ਦੇ ਵਿੱਚ ਕੁਝ ਪ੍ਰੋਬਲਮ ਹੋਵੇ, ਜਾਂ ਕੋਈ ਸਾਨੂੰ ਜਿਹੜਾ ਖੁਰਾਕ ਪਚੇ ਨਾ, ਉਹ ਕੀ ਹੋ ਜਾਂਦਾ ਹੈ, ਪਲਟੀ ਆ ਗਈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪਰਾਈ ਨਿੰਦਿਆ ਜਿਹੜੀ ਹੈ ਉਹ ਉਲਟੀ ਵਰਗੀ ਹੈ, ਪਲਟੀ ਵਰਗੀ ਹੈ। ਆਪਾਂ ਕਹਾਂਗੇ ਉਹ ਕਿਵੇਂ? ਜਦੋਂ ਮਨੁੱਖ ਦੇ ਅੰਦਰ ਜਿਹੜਾ ਪਚਦੀ ਨਹੀਂ ਨਾ ਕੋਈ ਗੱਲ, ਕਈ ਗੱਲਾਂ ਹੁੰਦੀਆਂ ਨੇ, ਕਈਆਂ ਨੂੰ ਚਸਕੇ ਹੁੰਦੇ ਨੇ, ਸੁਣਦੇ ਨੇ, ਸੁਣਨ ਦਾ ਵੀ ਚਸਕਾ ਹੁੰਦਾ ਉਹਨਾਂ ਪਰਾਈ ਨਿੰਦਿਆ, ਅਤੇ ਜਿੰਨਾ ਚਿਰ ਉਹ ਤੀਸਰੇ ਕੋਲ ਜਾ ਕੇ ਕਹਿ ਨਾ ਦੇਣ ਉਹਨਾਂ ਚਿਰ ਉਹਨਾਂ ਨੂੰ ਹਜਮ ਹੀ ਕੁਝ ਨਹੀਂ ਆਉਂਦਾ। ਇਸ ਲਈ ਕੀ ਹੋਇਆ, ਉਹਨਾਂ ਦੇ ਅੰਦਰ ਗੱਲ ਪਚੀ ਨਹੀਂ, ਉਹਨਾਂ ਨੇ ਫਿਰ ਆਪਣੇ ਮੁਖ ਦੇ ਰਾਹੀਂ, ਮੂੰਹ ਦੇ ਰਾਹੀਂ ਕਿਸੇ ਦੇ ਅੱਗੇ ਕਹੀ, ਕਹਿ ਲਓ ਕਿ ਉਹ ਪਲਟੀ ਕਰ। ਗੁਰੂ ਸਾਹਿਬ ਜੀ ਕਹਿਣ ਲੱਗੇ ਪਰਾਈ ਨਿੰਦਿਆ ਉਲਟੀ ਦਾ ਰੋਗ ਹੈ। ਤੇ ਇਸ ਲਈ ਜਿਹੜਾ ਹੈ ਆਪਣੇ ਆਪ ਨੂੰ ਜਦੋਂ ਅਸੀਂ ਸਭ ਤੋਂ ਮਾੜਾ ਸਮਝਣ ਲੱਗ ਪਵਾਂਗੇ ਤੇ ਇਹ ਪਲਟੀ ਦਾ ਰੋਗ ਦੂਰ ਹੋ ਜਾਏਗਾ। ਪਰਾਈ ਨਿੰਦਿਆ ਦੀ ਜੇ ਆਦਤ ਹੈ, ਗੁਰੂ ਸਾਹਿਬ ਜੀ ਕਹਿੰਦੇ ਨਿੰਦਿਆ ਉਹੀ ਕਰਦਾ ਹੈ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਤੇ ਜਿੱਦਣ ਅਸੀਂ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਮਾੜਾ ਕਹਿ ਦਿੱਤਾ, ਅਸੀਂ ਉਸ ਜਗ੍ਹਾ 'ਤੇ ਆਪਣੇ ਆਪ ਨੂੰ ਨੀਵੇਂ ਜਗ੍ਹਾ 'ਤੇ ਲੈ ਗਏ, ਤੇ ਫਿਰ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ, ਕਿਸੇ ਦੀ ਨਿੰਦਿਆ ਸੁਣਾਂਗੇ ਨਹੀਂ, ਕਿਉਂਕਿ ਮੈਂ ਖੁਦ ਹੀ ਮਾੜਾ। ਬੜੇ ਬਚਨ ਨੇ ਬਾਣੀ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਇਹ ਜੇ ਰੋਗ ਦੂਰ ਕਰਨਾ ਹੈ ਨਾ ਅੰਦਰਲਾ ਵੈਦ ਜੀ, ਜੇ ਰੋਗ ਦੂਰ ਕਰਨਾ ਹੈ ਤੇ ਆਪਣੇ ਆਪ ਨੂੰ ਮਾੜਾ ਸਮਝਣਾ ਪਏਗਾ ਤੁਹਾਨੂੰ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਤੇ ਤੁਹਾਨੂੰ ਯਾਦ ਹੀ ਨੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਤੇ ਸੁਖਮਨੀ ਸਾਹਿਬ ਦੇ ਬਚਨ ਵੀ ਤੁਹਾਨੂੰ ਯਾਦ ਹੋਣਗੇ, ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਰੱਬ ਨੂੰ ਵੇਖਣਾ, ਆਪਣੇ ਮਨ ਦੇ ਵਿੱਚ ਕਿਸੇ ਦਾ ਬੁਰਾ ਨਾ ਰੱਖੀ, ਸੋਚੀ ਬਿਨਾ ਕਿਸੇ ਬਾਰੇ। ਇੱਥੋਂ ਤੱਕ ਵੀ ਬਚਨ ਨੇ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਹੋਰ ਕੀ ਲੈਣਾ ਆਪਾਂ? ਸਾਨੂੰ ਦੁੱਖ ਨਹੀਂ ਹੋਏਗਾ, ਦੁੱਖ ਨਹੀਂ ਲੱਗੇਗਾ ਜੇਕਰ ਅਸੀਂ ਇਹ ਚੀਜ਼ ਅਪਣਾ ਲਵਾਂਗੇ। ਤੇ ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਇਸ ਲਈ ਮਾਲਕ ਜੀ ਕਹਿੰਦੇ ਆਪਣੇ ਆਪ ਨੂੰ ਧੂੜ ਬਣਾ ਲਓ, ਚਰਨਾਂ ਦੀ ਧੂੜ ਬਣਾ ਲਓ। ਆ ਇਹ ਕਹੋ ਕਿ ਅਸੀਂ ਸਾਰਿਆਂ ਤੋਂ ਮਾੜੇ ਹਾਂ। ਤੇ ਬਾਬਾ ਕਬੀਰ ਜੀ ਦਾ ਬਚਨ ਵੀ ਯਾਦ ਹੋਏਗਾ ਤੁਹਾਨੂੰ, ਜਿੱਥੇ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਹਮ ਮੰਦੇ ਮੰਦੇ ਮਨ ਮਾਹੀ, ਸਾਜ ਪਾਤ ਕਾਹੂ ਸਿਉ ਨਾਹੀ, ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਨੋਗੇ ਜਬ ਉਘਰੇ ਗੋਪਾਜ। ਮੈਂ ਨਹੀਂ ਕਿਸੇ ਨੂੰ ਕਹਿੰਦਾ ਕਿ ਮੈਂ ਚੰਗਾ। ਬਾਬਾ ਕਬੀਰ ਜੀ ਕਹਿੰਦੇ ਕੋਈ ਨਹੀਂ, ਮੈਂ ਮਾੜਾ, ਮੈਂ ਕਹਿ ਰਿਹਾ ਮਾੜਾ ਮੈਂ। ਤੇ ਇਹ ਗੱਲ ਸੱਚੀ ਹੈ। ਜਦੋਂ ਅਸੀਂ ਆਪਣੇ ਆਪ ਨੂੰ ਮਾੜਾ ਗਿਣ ਲਵਾਂਗੇ ਨਾ, ਫਿਰ ਸੰਸਾਰ ਖੁਦ ਕਹੇਗਾ ਇਹ ਤੇ ਖੁਦ ਕਹਿੰਦਾ ਮਾੜਾ, ਤੇ ਆਪਾਂ ਕਿਉਂ ਕਹਿਣਾ। ਉੱਥੇ ਕੀ ਹੁੰਦਾ ਹੈ ਫਿਰ ਅਸਲ ਦੇ ਵਿੱਚ ਜਿਹੜਾ ਹੈ ਜੋ ਸੰਸਾਰ ਦੇ ਅੰਦਰ ਚੀਜ਼ ਹੁੰਦੀ ਹੈ ਨਾ, ਪਰਾਈ ਨਿੰਦਿਆ ਕਰਨੀ, ਤੇ ਉਹ ਫਿਰ ਜਿਹੜਾ ਹਟ ਜਾਂਦੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਹੈ, ਆਪਣੇ ਆਪ ਨੂੰ ਤੁਸੀਂ ਪਹਿਲਾਂ ਹੀ ਜਿਹੜਾ ਹੈ ਨੀਵੇਂ ਪੱਧਰ 'ਤੇ ਰੱਖ ਲਓ, ਕਿਉਂਕਿ ਅਸੀਂ ਕਿਸੇ ਨੂੰ ਆਪ ਸਰਟੀਫਿਕੇਟ ਨਹੀਂ ਦੇਣਾ ਕਿ ਹਾਂ ਅਸੀਂ ਚੰਗੇ ਹਾਂ। ਮੇਰਾ ਗੁਰੂ ਜਾਣਦਾ ਹੈ, ਮੈਂ ਜਾਣਦਾ ਹਾਂ, ਤੇ ਪਰਮਾਤਮਾ ਜਾਣਦਾ ਹੈ, ਤੇ ਮੈਂ ਹੋਰ ਕਿਸੇ ਨੂੰ ਕਿਉਂ ਕਹਾਂ ਕਿ ਮੈਂ ਚੰਗਾ। ਤੇ ਇਸ ਲਈ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਸਮਾਂ ਕਿਉਂ ਬਰਬਾਦ ਕਰਨਾ। ਅੱਜ ਕਿਸੇ ਨੇ ਮੇਰੇ ਉੱਤੇ ਜਿਹੜਾ ਹੈ ਕਹਿ ਲਓ ਕਿ ਕੋਈ ਗੱਲ ਕਹਿ ਦਿੱਤੀ, ਭਈ ਇਹ ਬਹੁਤ ਮਾੜਾ ਹੈ, ਤੇ ਮੈਂ ਉਹਦਾ ਸਪਸ਼ਟੀਕਰਨ ਦੇਣ ਵਾਸਤੇ ਤੁਰ ਪਿਆ ਕਿ ਨਹੀਂ ਮੈਂ ਚੰਗਾ ਹਾਂ,
ਮੇਰੇ ਕੋਲ ਇਹ ਸਬੂਤ ਹੈ। ਤੇ ਲੋਕਾਂ ਨੇ ਫਿਰ ਕੱਲ ਨੂੰ ਜਿਹੜਾ ਦੂਸਰਾ ਐਬ ਲੈ ਆਉਣਾ ਹੈ ਕਿ ਨਹੀਂ ਚੱਲ ਉੱਥੇ ਠੀਕ ਹੈ ਤੇ ਇੱਥੇ ਤੂੰ ਗਲਤ ਆ। ਫਿਰ ਮੈਂ ਕੀ ਕਰਨਾ ਹੈ, ਆਪਣਾ ਆਪ ਜਿਹੜਾ ਹੈ ਚੰਗਾ ਦਿਖਾਉਣ ਦੇ ਲਈ ਮੈਂ ਦੂਸਰੇ ਦਾ ਵੀ ਸਪਸ਼ਟੀਕਰਨ ਦੇ ਦੇਣਾ ਹੈ। ਤੇ ਇੱਦਾਂ ਉਹਨਾਂ ਨੇ ਤੀਸਰਾ ਲੈ ਆਉਣਾ ਹੈ, ਫਿਰ ਚੌਥਾ ਲੈ ਆਉਣਾ ਹੈ, ਪੰਜਵਾਂ ਲੈ ਆਉਣਾ ਹੈ। ਕਿਹਦਾ ਜਵਾਬ ਦਿਓਗੇ? ਗੁਰੂ ਸਾਹਿਬ ਜੀ ਕਹਿਣ ਲੱਗੇ ਫਿਰ ਇਸ ਕਰਕੇ ਜਿਹੜਾ ਹੈ ਸੰਸਾਰ ਨੂੰ ਕਿਉਂ ਆਪਾਂ ਐਵੇਂ ਸਾਰੀ ਉਮਰ ਹੀ ਸਪਸ਼ਟੀਕਰਨ ਦੇਈ ਜਾਈਏ ਕਿ ਨਹੀਂ ਅਸੀਂ ਚੰਗੇ ਹਾਂ, ਅਸੀਂ ਚੰਗੇ ਹਾਂ। ਨਹੀਂ, ਬਸ ਇਹ ਕਹਿ ਦੋ ਅਬ ਹਮ ਚਲੀ ठाकुर पहार, जब हम शरण प्रभु की आई, राख प्रभु भावें मार, लोकन की चतुराई उपमा ते बैसंतर जा। इन्हां दे भुलेखे विच ना आ जाओ, किते गल्लां विच ना आ जाओ। संसार उस्तत भी करदा है ते संसार निंदिया भी करदा है। ते गुरु रामदास पातशाह जी कहंदे मेरे नाल ते वरतिया है, मेरे नाल ते असल दे विच बहुत कुछ होया है, पर मैं गुरु की किरपा नाल इन्हां नूं अग विच साड़ दिता। ना किसी की उस्तत सुनी है अपने बारे, ना किसी की निंदिया सुनी है। करते रहो जिन्हां कोल समा है। मैं तो इको गल कह दी, लोकन की चतुराई उपमा ते बैसंतर जार, कोई भला कहो भावें बुरा कहो, हम तन दी ओ है ढार। असीं जिहड़ा है अपना शरीर अपना मन गुरु अगे अर्पण कर दिता है। तो मालक जी इत्थे भी कह रहे ने कि अपने आप नूं जदों माड़ा असीं कह देवांगे, नीवीं जगह ते रख लवांगे, तो फिर जिहड़ा है ये पराई निंदिया जिहड़ा उल्टी दा रोग है वो दूर हो सकता है। इसलिए जिहड़ा है पर इस तरह के जिहड़ा जो मन दे रोग ने ना, इस सतगुरु के चरणों की धूड़ दे नाल ही दूर हो सकते हैं। इहो जिहे रोगां नूं दूर करना अंदर तो मालक जी कहन लगे गुरु चरणों की धूड़ बनना पेगा, तो सारे सुख जिहड़ा है धूड़ दे विच ने। भाव अपने आप नूं नीवां रख लो। तो सतगुरु जी कहन लगे अंतरजामी पुरख विधाते, श्रद्धा मन की पूरे, नानक दास यह सुख मांगे, मोको कर संतन की दूरे। सब तो वड्डा सुख है गुरमुख प्यारियां दी चरनां दी धूड़। हाँ जी, कमल बदन ते बचन सुने, जब वैद विचक्षण निम्र पयो तब। जद गुरु साहब जी दे पावन मुख तो ये बचन सुने ने ना, सियाणा वैद जिहड़ा है वो बड़ी निम्रता दे विच आ गया, हाथ बन के खड़ा हो गया। निज मन को मुन सब होए तब ही, कहे जो रुजलक लीने सब ही। उस दे जेड़ा मानो कि मन ने समझिया है कि ओनू जेड़ा है ना, भाव वैद हरिदास जी उन्होंने ये गल समझी है कि सानू जेड़ा है ना सारे रोग पछाणन वाला वैद मिल गया है। क्योंकि जो जो दिसै सो सो रोगी, रोग रहत मेरा सतगुरु जोगी। संसार दे अंदर कोई विरला होएगा, कोई विरला नहीं। तो जिहदे कोल बैठो अगला चार सुणाउंदा है कि मेरे कोल आ दुख ने, गुरु साहब जी कहंदे बस अंदर नूं वेखो अपने, रोग रहत हो जाओगे। इसलिए जिहड़ा है सतगुरु जी कहंदे हुण जिहड़ा है वैद ये सोच रहा है कि सानू सारे रोग पछाणन वाला, दवाई देण वाला हुण वैद मिल गया है। कर बिब बंदत बिने बखानी, हाँ हेरे ओ है कर अनजानी। वैद ने दोवें हाथ जोड़ के जिहड़ा दवाई देना है, दोने हाथ जोड़े ने गुरु नानक पातशाह महाराज जी दे अगे वंदना कीती है ते कहन लगा हौं हेरों होए कर अनजानी। मालक जी मैं बेसमझी कारण तुहानू पछाण नहीं सकिया, मैं अनजान सा, पर मैं अपने आप नू सियाणा समझ के आया सा, पर मैं हुण समझदा हां कि मैं बेसमझ सा, मैं अनजान सा, तुहानू मैं पछाण नहीं सकिया। जासे इच्छा करिए तस लीला,
महापुरख तुम गुनी गईला। ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਨਾ, ਇਹ ਤੁਹਾਡੀ ਲੀਲਾ ਹੈ ਮਾਲਕ ਜੀ, ਤੁਸੀਂ ਕਰੋ। ਅਸੀਂ ਜਿਹੜਾ ਹੈ ਕੁਝ ਨਹੀਂ ਕਰਾਂਗੇ। ਤੁਸੀਂ ਮਹਾਂਪੁਰਖ ਹੋ, ਗੁਣਾਂ ਦੇ ਖਜ਼ਾਨੇ ਹੋ। तुमरे बचनन मोया विद्या बान लक्ष जो कीनी पेत्या। ਤੁਹਾਡੇ ਬਚਨਾਂ ਨੇ ਮੇਰੀ ਅਵਿਦਿਆ ਜਿਹੜਾ ਹੈ ਨਾ ਉਹ ਦੂਰ ਕਰ ਦਿੱਤੀ ਹੈ। ਐ ਤੁਸੀਂ ਜਿਹੜਾ ਹੈ ਆਪਣਾ ਸ਼ਬਦ ਦਾ ਤੀਰ ਮਾਰਿਆ ਤੇ ਮੈਨੂੰ ਵਿੰਨ ਕੇ ਰੱਖ ਦਿੱਤਾ ਹੈ। ਭਾਵ ਮੇਰੀ ਜੋ ਬੇਸਮਝੀ ਸੀ ਤੁਸੀਂ ਜਿਹੜਾ ਹੈ ਦੂਰ ਕਰ ਦਿੱਤੀ ਹੈ। आमी ओवन बोरिया नामी लख ले गत सब होए तब सामी। ਰੋਗੀ ਫਿਰ ਜਿਹੜਾ ਹੈ ਅਰੋਗੀ ਹੋ ਗਏ ਹਨ। ਮੈਂ ਜਾਣ ਲਿਆ ਹੈ ਕਿ ਆਪ ਜੀ ਦੀ ਸ਼ਰਨ ਜਿਹੜਾ ਹੈ ਜੋ ਵੀ ਆਏਗਾ ਅਸਲ ਦੇ ਵਿੱਚ ਉਹ ਅਰੋਗ ਹੋ ਜਾਏਗਾ। ਤੇ ਇਸ ਲਈ ਜਿਹੜਾ ਹੈ ਨਾ ਮਾਲਕ ਜੀ ਇੱਥੇ ਜੋ ਪ੍ਰੇਰਣਾ ਦੇ ਰਹੇ ਨੇ ਵੈਦ ਜੀ ਨੂੰ, ਤੇ ਵੈਦ ਵੀ ਸਮਝ ਗਿਆ ਏ ਕਿ ਜੋ ਤੁਹਾਡੀ ਸ਼ਰਨ ਦੇ ਵਿੱਚ ਨਹੀਂ ਆਏਗਾ ਉਹਨੂੰ ਇਹੋ ਜਿਹੇ ਰੋਗ ਚੰਮਣਗੇ। अब मुझ पर करुणा करिए मन को रोग सगल पै हरिए। ਹੁਣ ਮੇਰੇ ਤੇ ਇਹ ਕਿਰਪਾ ਕਰੋ ਕਿ ਮੇਰੇ ਮਨ ਦੇ ਜਿਹੜੇ ਸਾਰੇ ਰੋਗ ਨੇ ਨਾ ਉਹ ਤੁਸੀਂ ਦੂਰ ਕਰ ਦਿਓ। श्री गुरु कर कहो करो सतसंगा दिन थोरन मैं होवे पंगा। ਇਹ ਸੁਣ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਚਨ ਕਹੇ ਨੇ, ਰੋਗ ਰਹਿਤ ਹੋਣਾ ਸਤ ਸੰਗਤ ਕਰੋ, ਸੰਗਤ ਕਰਿਆ ਕਰੋ, ਤੇ ਥੋੜੇ ਦਿਨਾਂ ਵਿੱਚ ਹੀ ਤੁਹਾਡੇ ਮਨ ਦੇ ਰੋਗ ਦੂਰ ਹੋ ਜਾਣਗੇ। ਹੁਣ ਕੇਵਲ ਇਹ ਉਪਦੇਸ਼ ਹਰਦਾਸ ਜੀ ਨੂੰ ਨਹੀਂ ਹੈ, ਸਾਨੂੰ ਵੀ ਹੈ। ਸਾਡੇ ਅੰਦਰ ਵੀ ਰੋਗ ਬੜੇ ਨੇ। ਉਹ ਆਪੋ ਆਪਣੇ ਮਨ ਨੂੰ ਪਤਾ ਹੈ, ਆਪੋ ਆਪਣੇ ਹਿਰਦਿਆਂ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਰੋਗ ਚੰਬੜੇ ਹੋਏ ਨੇ। ਤੇ ਜੇ ਰੋਗ ਰਹਿਤ ਹੋਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਤ ਸੰਗਤ ਜ਼ਰੂਰੀ ਹੈ। ਸਤ ਸੰਗਤ ਕਰਿਆ ਕਰੋ। मन सुख पाए करी पद बंधन मैं माँ जानी कुमत निकंदन। ਮਨ ਵਿੱਚ ਸੁਖ ਪਾ ਕੇ ਫਿਰ ਵੈਦ ਨੇ ਫਿਰ ਦੋਵੇਂ ਹੱਥ ਜੋੜੇ ਨੇ। ਹੱਥ ਜੋੜ ਕੇ ਬੰਦਨਾ ਕੀਤੀ ਹੈ। ਖੋਟੀ ਮਤ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਸਮਝਿਆ ਹੈ। गयो सदन सेवियो सतसंगा मोके उचित पाउर प्रभ पंगा। ਫਿਰ ਆਪਣੇ ਘਰ ਗਿਆ ਏ, ਸਤ ਸੰਗਤ ਦੇ ਵਿੱਚ ਰੱਬ ਜੀ ਦਾ ਹੁਣ ਸਿਮਰਨ ਕਰਨ ਲੱਗ ਪਿਆ ਤੇ ਮੋਖ ਪ੍ਰਾਪਤੀ ਦੇ ਜਿਹੜਾ ਲਾਇਕ ਹੋਇਆ ਹੈ ਤੇ ਦਿਲ ਦੇ ਸਾਰੇ ਵਹਿਮ ਭਰਮ ਜਿਹੜੇ ਸਨ ਉਹ ਦੂਰ ਹੋ ਗਏ ਹਨ। दोयरा आसविद वैद उधार कर श्री गुरु करुणा खान। सदा बदन ते नाम जप करो हृदय नित ध्यान। ਇਸ ਤਰ੍ਹਾਂ ਪਰਮ ਦਇਆਲੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੈਦ ਦਾ ਉਧਾਰ ਕੀਤਾ ਹੈ। ਮਨ ਦੇ ਰੋਗ ਦੂਰ ਕੀਤੇ ਨੇ ਆਪਣੇ ਮੁਖ ਦੇ ਨਾਲ। ਫਿਰ ਅਸਲ ਦੇ ਵਿੱਚ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਹਿਰਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦਾ ਧਿਆਨ ਧਰੋਗੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਦੋਂ ਉਪਦੇਸ਼ ਦਿੱਤੇ ਨੇ ਤੇ ਇਹਨਾਂ ਉਪਦੇਸ਼ਾਂ ਨਾਲ ਹੀ ਮਨ ਦੇ ਰੋਗ ਜਿਹੜੇ ਨੇ, ਸਰੀਰਕ ਰੋਗ ਨੇ, ਸਾਰੇ ਦੂਰ ਹੋ ਜਾਂਦੇ ਨੇ। ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਸਰਬ ਦਾ ਅਰਥ ਹੈ ਸਾਰੇ। ਹੁਣ ਇੱਥੇ ਜਿਹੜਾ ਹੈ ਨਾਮ ਮਨ ਦਾ ਜ਼ਿਕਰ ਹੈ, ਨਾ ਸਰੀਰ ਦਾ ਹੈ ਨਾ ਅਚਨਚੇਤ ਹੈ। ਆਦ ਵਿਆਦ ਉਪਾਦ ਤੀਨੇ ਤਾਪ ਨਿਵਾਰਨ ਹਾਰਾ। ਤਿੰਨੇ ਤਾਪ ਦੇ ਵਿੱਚ ਸਰੀਰ ਦਾ ਵੀ ਆਉਂਦਾ ਹੈ, ਮਨ ਦਾ ਵੀ ਆਉਂਦਾ ਹੈ ਤੇ ਅਚਨਚੇਤ ਵੀ ਆਉਂਦਾ ਹੈ। ਦੁਖ ਹੰਤਾ ਸੁਖ ਰਾਸ ਤਾਕੋ ਬਿਗਨ ਨ ਕੋ ਲਾਵੇ ਜਾ ਕੀ ਪ੍ਰਭ ਆਗੇ ਅਰਦਾਸ। ਇਸ ਲਈ ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰ ਨੂੰ ਜਦੋਂ ਅਸੀਂ ਸੋਹਣਾ ਬਣਾ ਲਵਾਂਗੇ, ਸੁੰਦਰ ਬਣਾ ਲਵਾਂਗੇ, ਸਵਸਥ ਬਣਾ ਲਵਾਂਗੇ ਤੇ ਸਰੀਰ ਨੂੰ ਕਦੀ ਰੋਗ ਆ ਹੀ ਨਹੀਂ ਸਕਦੇ। ਸਰੀਰ ਨੂੰ ਰੋਗ ਹੀ ਜਿਹੜਾ ਅੰਦਰ ਤੋਂ ਪੈਦਾ ਹੁੰਦੇ ਨੇ ਉਹ ਆਪਾਂ ਵੈਦ ਜੀ ਨੂੰ ਜੋ ਉਪਦੇਸ਼ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਹ ਇਸ ਅਧਿਆਏ ਦੇ ਵਿੱਚ ਆਪਾਂ ਸਰਵਣ ਕੀਤਾ ਹੈ। ਅਗਲਾ ਜਿਹੜਾ ਅਧਿਆਏ ਹੁਣ ਆਰੰਭ ਹੋਏਗਾ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ, ਜਿਸ ਵਿੱਚ 20 ਰੁਪਏ ਦਾ ਜੋ ਲੰਗਰ
ਖਰਾ ਸੌਦਾ ਜਿਹੜਾ ਹੈ ਉਸ ਪ੍ਰਥਾਏ ਕਵੀ ਜੀ ਨੇ ਵਰਣਨ ਕੀਤਾ ਹੈ ਕਿਵੇਂ ਬਾਬਾ ਮਹਿਤਾ ਕਾਲੂ ਜੀ ਖਰਾ ਸੌਦਾ ਅਸਲ ਦੇ ਵਿੱਚ ਵਪਾਰ ਕਰਨ ਦੇ ਲਈ ਭੇਜਣਗੇ ਤੇ ਕੀ ਕੁਝ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੌਤਕ ਕਰਨਗੇ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਸਮੇਂ ਸਿਰ ਪਹੁੰਚ ਹਾਜ਼ਰੀਆਂ ਭਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਤੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗ हे पूरन हे सर्ब मैं ਪੰਜਨ ਗੁਣਤਾ हे संगी हे निरंकार ਨਿਰਗੁਣ ਸਭ ਤੇ हे गोविंद हे गुण निधान ਆਕੇ ਸਦਾ ਵਿਵੇ हे अपरंपर हर हरे ਵੀ ਹੋ ਮਨਿਹਾਰ हे संता के सदा संग ਧਾਰਾ ਧਾਰ हे ठाकुर हूँ दासरो नानक दीजै नाम उदार आए प्रभ शरणागति एक अखर हर मन बसत आए प्रभ शरणागति एक अखर हर मन बसत ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।